ਕੁਝ ਕੁ ਪਿਆਰਿਆਂ ਨੂੰ ਅਭਿਨੰਦਨ ਗ੍ਰੰਥ ਤਿਆਰ ਕਰਨ ਦਾ ਖਿਆਲ ਆਇਆ। ਇਸ ਕੰਮ ਲਈ ਭਾਈ ਸਾਹਿਬ ਤੋਂ ਆਗਿਆ ਲੈਣੀ ਬਹੁਤ ਜ਼ਰੂਰੀ ਸੀ। ਉਹ ਭਾਈ ਸਾਹਿਬ ਜੀ ਦੇ ਕੋਲ ਆਏ ਤੇ ਆਗਿਆ ਮੰਗੀ ਨੇ, ਪਰ ਭਾਈ ਸਾਹਿਬ ਇਸ ਗੱਲ ਲਈ ਨਾ ਮੰਨੇ। ਉਹਨਾਂ ਨੇ ਇਹ ਕੰਮ ਡਾਕਟਰ ਬਲਬੀਰ ਸਿੰਘ ਨੂੰ ਸੌਂਪ ਦਿੱਤਾ ਕਿ ਉਹ ਕਿਸੇ ਤਰ੍ਹਾਂ ਭਾਈ ਸਾਹਿਬ ਨੂੰ ਮਨਾਉਣ। ਡਾਕਟਰ ਸਾਹਿਬ ਨੇ ਮੌਕਾ ਦੇਖ ਕੇ ਭਾਈ ਸਾਹਿਬ ਜੀ ਨੂੰ ਪੰਜਾਬੀ ਦੀ ਮਸ਼ਹੂਰੀ ਤੇ ਵਡਿਆਈ ਲਈ ਬਹੁਤ ਦਲੀਲਾਂ ਦਿੱਤੀਆਂ ਤੇ ਆਖਿਆ ਕਿ ਇਸ ਬਹਾਨੇ ਹਿੰਦੁਸਤਾਨ ਦੇ ਵੱਡੇ ਵੱਡੇ ਲਿਖਾਰੀਆਂ ਦੇ ਲੇਖ ਇਕੱਤਰ ਹੋ ਜਾਣਗੇ, ਪੰਜਾਬੀ ਦੀ ਸ਼ੋਭਾ ਦੁਨੀਆ ਵਿੱਚ ਫੈਲੇਗੀ। ਇਸ ਦਲੀਲ ਸਾਹਮਣੇ ਆਪ ਝੁਕ ਗਏ ਤੇ ਅਭਿਨੰਦਨ ਗ੍ਰੰਥ ਲਈ ਤਿਆਰੀਆਂ ਸ਼ੁਰੂ ਹੋ ਗਈਆਂ। ਪਰ ਆਪ ਨੇ ਇਹ ਇਕਰਾਰ ਲਿਆ ਕਿ ਖਰਚੇ ਲਈ ਅਪੀਲ ਨਹੀਂ ਕੀਤੀ ਜਾਵੇਗੀ। ਹੁਣ ਆਪ ਦੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਗਈਆਂ। ਉਹਨਾਂ ਦਿਨਾਂ ਦੀ ਵੀ ਇੱਕ ਤਸਵੀਰ ਭਾਈ ਸਾਹਿਬ ਜੀ ਦੀ ਚਾਹੀਦੀ ਸੀ। ਆਪ ਬੰਬਈ ਜਾਂਦੇ ਹੋਏ ਰਸਤੇ ਵਿੱਚ ਦਿੱਲੀ ਰੁਕੇ। ਇਹ ਕੰਮ ਮਲਕ ਤੇਜਾ ਸਿੰਘ ਹੋਰਾਂ ਦੇ ਸਪੁਰਦ ਕੀਤਾ ਗਿਆ। ਮਲਕ ਸਾਹਿਬ ਨੇ ਬੜੀ ਮੁਸ਼ਕਲ ਨਾਲ ਭਾਈ ਸਾਹਿਬ ਜੀ ਨੂੰ ਮਨਾ ਕੇ ਇੱਕ ਤਸਵੀਰ ਲੈ ਲਈ। ਆਪ ਤਸਵੀਰ ਉਤਰਵਾ ਕੇ ਉਦਾਸ ਹੋ ਗਏ। ਭਾਈ ਸਾਹਿਬ ਪਾਸੋਂ ਜਦੋਂ ਉਦਾਸੀ ਦਾ ਕਾਰਨ ਪੁੱਛਿਆ ਗਿਆ ਤਾਂ ਆਖਣ ਲੱਗੇ, ਮੈਂ ਤਸਵੀਰ ਖਿਚਵਾ ਕੇ ਬੜੀ ਭੁੱਲ ਕੀਤੀ ਹੈ। ਤੇ ਫਿਰ ਆਖਿਆ ਨੇ, ਜੇ ਤੁਸੀਂ ਹੁਣ ਨੈਗੇਟਿਵ ਲਿਆ ਦੇਵੋ ਤਾਂ ਮੇਰੀ ਉਦਾਸੀ ਖੁਸ਼ੀ ਵਿੱਚ ਬਦਲ ਸਕਦੀ ਹੈ। ਆਪ ਜੀ ਨੂੰ ਨੈਗੇਟਿਵ ਲਿਆ ਕੇ ਦਿੱਤਾ ਗਿਆ ਤੇ ਭਾਈ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਉਸ ਨੈਗੇਟਿਵ ਨੂੰ ਪਾੜ ਦਿੱਤਾ। ਅਭਿਨੰਦਨ ਗ੍ਰੰਥ ਤਿਆਰ ਹੋ ਚੁੱਕਾ ਸੀ। ਇਸ ਲਈ ਬਣਾਈ ਗਈ ਕਮੇਟੀ ਨੇ ਫੈਸਲਾ ਕੀਤਾ ਕਿ ਇੱਕ ਸਮਾਰੋਹ ਦਾ ਪ੍ਰਬੰਧ ਕੀਤਾ ਜਾਏ, ਜਿਸ ਵਿੱਚ 94 ਸੱਜਣਾਂ ਨੂੰ ਸੱਦਾ ਪੱਤਰ ਭੇਜਿਆ ਜਾਏ ਤੇ ਡਾਕਟਰ ਰਾਜਿੰਦਰ ਪ੍ਰਸਾਦ ਦੇ ਹੱਥੋਂ ਆਪ ਜੀ ਨੂੰ ਇਹ ਭੇਟਾ ਕਰਵਾਇਆ ਜਾਏ। ਕਮੇਟੀ ਦੇ ਸੱਜਣ ਡਾਕਟਰ ਰਾਜਿੰਦਰ ਪ੍ਰਸਾਦ ਹੋਰਾਂ ਦੇ ਕੋਲ ਗਏ ਤੇ ਉਹਨਾਂ ਨੂੰ ਮਨਾ ਲਿਆ। ਜਦੋਂ ਇਹ ਤਜਵੀਜ਼ ਭਾਈ ਸਾਹਿਬ ਹੋਰਾਂ ਦੇ ਕੋਲ ਪੁੱਜੀ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਹੁਣ ਜਦੋਂ ਤੱਕ ਇਹ ਗ੍ਰੰਥ ਭਾਈ ਸਾਹਿਬ ਨੂੰ ਭੇਟਾ ਨਾ ਕੀਤਾ ਜਾਏ, ਉਦੋਂ ਤੱਕ ਇਹ ਲੋਕਾਂ ਕੋਲ ਨਹੀਂ ਸੀ ਪਹੁੰਚ ਸਕਦਾ। ਆਖਰ ਇਹ ਤਜਵੀਜ਼ ਹੋਈ ਕਿ 94 ਸੱਜਣ ਆਪ ਪਾਸ ਜਾ ਕੇ ਉੱਥੇ ਹੀ ਆਪ ਜੀ ਨੂੰ ਭੇਟਾ ਕਰ ਦੇਣ। ਇਸ ਕੰਮ ਲਈ ਸਰਦਾਰ ਹਰਨਾਮ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ ਗਿਆ। ਮੌਕਾ ਵੇਖ ਕੇ ਉਹਨਾਂ ਨੇ ਭਾਈ ਸਾਹਿਬ ਨਾਲ ਗੱਲ ਕੀਤੀ, ਪਰ ਉਹ ਇਸ ਗੱਲ ਲਈ ਵੀ ਨਾ ਮੰਨੇ। ਸਰਦਾਰ ਹਰਨਾਮ ਸਿੰਘ ਉਹਨਾਂ ਤੇ ਜ਼ੋਰ ਪਾਉਣ ਕਿ ਕੁਝ ਫੈਸਲਾ ਕਰੋ। ਭਾਈ ਸਾਹਿਬ ਜੀ ਆਖਣ, ਤੁਸੀਂ ਮੇਰੀ ਹਉਮੈ ਨੂੰ ਪੱਠੇ ਪਾਉਂਦੇ ਹੋ। ਮੈਂ ਸਾਰੀ ਉਮਰ ਇਸ ਤੋਂ ਬਚਣ ਦਾ ਯਤਨ ਕਰਦਾ ਰਿਹਾ, ਫੂਕ ਫੂਕ ਕੇ ਪੈਰ ਰੱਖਦਾ ਰਿਹਾ। ਇਹ ਸਾਰੀਆਂ ਗੱਲਾਂ ਹਉਮੈ ਦੀ ਖੁਰਾਕ ਪੈਦਾ ਕਰਦੀਆਂ ਨੇ। ਜ਼ਿਆਦਾ ਜ਼ੋਰ ਦੇਣ ਤੇ ਆਪ ਜੀ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਕੋਈ ਸਮਾਗਮ ਨਾ ਕੀਤਾ ਜਾਵੇ। ਸਿੱਖ ਐਜੂਕੇਸ਼ਨਲ ਕਾਨਫਰੰਸ ਬੰਬਈ ਹੋ ਰਹੀ ਹੈ, ਉਹਨਾਂ ਨੇ ਉੱਥੇ ਜਾਣਾ ਹੈ ਤੇ ਮਲਕ ਹਰਦਿਤ ਸਿੰਘ ਕਾਨਫਰੰਸ ਦੇ ਪ੍ਰਧਾਨ ਹੋਣਗੇ। ਉਹ ਉਹਨਾਂ ਨੂੰ ਉੱਥੇ ਹੀ ਗ੍ਰੰਥ ਦੇ ਦੇਣ, ਪਰ ਸ਼ਰਤ ਇਹ ਆ ਬਈ ਇਸ ਬਾਰੇ ਕਿਸੇ ਅਖਬਾਰ, ਇਸ਼ਤਿਹਾਰ ਜਾਂ ਕਾਨਫਰੰਸ ਦੇ ਪ੍ਰੋਗਰਾਮ ਵਿੱਚ ਇਹ ਗੱਲ ਛਪਣੀ ਨਹੀਂ ਚਾਹੀਦੀ। ਸਾਰਿਆਂ ਨੇ ਇਹ ਗੱਲ ਪ੍ਰਵਾਨ ਕਰ ਲਈ। ਭਾਵੇਂ ਸਾਰਿਆਂ ਦੀ ਇੱਛਾ ਇੱਕ ਚੰਗੀ ਪਾਰਟੀ ਕਰਨ ਦੀ ਸੀ ਤੇ ਉਹਨਾਂ ਕੋਲ ਫੰਡ ਵੀ ਕਾਫੀ ਮੌਜੂਦ ਸਨ। ਮਲਕ ਜੀ ਨੇ ਗ੍ਰੰਥ ਭੇਟਾ ਕੀਤਾ। ਸੰਗਤਾਂ ਨੇ ਭਾਈ ਸਾਹਿਬ ਜੀ ਨੂੰ ਦਰਸ਼ਨ ਦੇਣ ਲਈ ਮਜਬੂਰ ਕੀਤਾ। ਭਾਈ ਸਾਹਿਬ ਸਟੇਜ ਤੇ ਆਏ, ਹੱਥ ਜੋੜ ਕੇ ਅੱਖਾਂ ਬੰਦ ਕਰਕੇ ਵਾਹਿਗੁਰੂ ਜੀ ਕੀ ਫਤਿਹ ਗਜਾਈ ਤੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਉਚਾਰੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਕਮੇਟੀ ਚਾਹੁੰਦੀ ਸੀ ਕਿ ਅਭਿਨੰਦਨ ਗ੍ਰੰਥ ਦੀ ਜਲਦੀ ਤੋਂ ਜਲਦੀ ਵਿਕਰੀ ਹੋਵੇ। ਇਸ ਲਈ ਖਾਲਸਾ ਸਮਾਚਾਰ ਦੇ ਐਡੀਟਰ ਭਾਈ ਮਹਾਂ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਅਭਿਨੰਦਨ ਗ੍ਰੰਥ ਦਾ ਰਿਵਿਊ ਕੱਢ ਦੇਣ।
ਉਹਨਾਂ ਨੇ ਰਿਵਿਊ ਕੱਢ ਦਿੱਤਾ। ਜਦੋਂ ਸਮਾਚਾਰ ਦਾ ਪਰਚਾ ਭਾਈ ਸਾਹਿਬ ਨੇ ਦੇਖਿਆ ਤਾਂ ਬੜੇ ਉਦਾਸ ਹੋਏ ਕਿ ਉਹਨਾਂ ਦੀ ਅਖਬਾਰ ਵਿੱਚ ਉਹਨਾਂ ਦੇ ਬਾਰੇ ਰਿਵਿਊ ਲਿਖ ਦਿੱਤਾ। ਆਪ ਬਹੁਤ ਸਮਾਂ ਉਦਾਸ ਰਹੇ। ਉਸ ਅਖਬਾਰ ਉੱਤੇ ਇੱਕ ਚਿੱਟ ਲਾ ਦਿੱਤੀ ਜਿਹਦੇ ਉੱਤੇ ਲਿਖਿਆ ਸੀ ਕਿ ਸੱਜਣ ਜੀ, ਛਾਤੀ ਉੱਤੇ ਹੱਥ ਰੱਖ ਕੇ ਦਿਲ ਨੂੰ ਸੰਭਾਲ ਕੇ ਪੜ੍ਹੋ। ਤੇ ਲਿਖਿਆ ਹੋਇਆ ਸੀ, ਰੱਜ ਰੱਜ ਕੇ ਭੰਡ ਲਿਆ ਜੇ ਹੁਣ ਤੇ ਆਖੋ ਬਸ, ਕੱਜੀ ਰਿੱਝੇ ਤੇ ਕੋਈ ਨਾ ਬੁੱਝੇ ਤਾਂ ਫਿਰ ਭਰਦਾ ਰਸ, ਉਸਤਤ ਨਿੰਦਾ ਦੋ ਬਿਵਰਜਿਤ, ਨਾ ਰੋ ਨਾ ਪਿਆ ਹੱਸ, ਦਵੰਦ ਅਤੀਤ ਸੁਖ ਦਾ ਡੇਰਾ, ਉਹ ਥਾਂ ਦੇ ਕੋਈ ਦੱਸ। ਉੱਨੀ 1912-13 ਦੀ ਗੱਲ ਹੈ, ਜਦੋਂ ਪ੍ਰੋਫੈਸਰ ਪੂਰਨ ਸਿੰਘ ਜੀ ਹੋਰਾਂ ਦੇ ਅੰਦਰ ਗੁਰੂ ਦਾ ਪਿਆਰ ਜਾਗ ਪਿਆ ਤੇ ਜੀਵਨ ਪਲਟ ਗਿਆ। ਉਹ ਥੋੜੇ ਦਿਨਾਂ ਲਈ ਅੰਮ੍ਰਿਤਸਰ ਆਏ। ਭਾਈ ਵੀਰ ਸਿੰਘ ਜੀ ਹੋਰਾਂ ਦੇ ਚਰਨਾਂ ਤੇ ਡਿੱਗ ਕੇ ਰੋਈ ਜਾਣ। ਭਾਈ ਸਾਹਿਬ ਨੇ ਪਿਆਰ ਕੀਤਾ ਤੇ ਰੋਣ ਦਾ ਕਾਰਨ ਪੁੱਛਿਆ। ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਹੁਕਮ ਲੈਣ ਆਇਆ, ਤੁਸੀਂ ਆਗਿਆ ਦਿਓ, ਮੈਂ ਨੌਕਰੀ ਛੱਡ ਦੇਣੀ ਹੈ। ਉਹਨਾਂ ਦਿਨਾਂ ਵਿੱਚ ਪ੍ਰੋਫੈਸਰ ਸਾਹਿਬ ਦੇਹਰਾਦੂਨ ਫਾਰੈਸਟ ਇੰਸਟੀਚਿਊਟ ਦੇ ਕੈਮਿਸਟ ਸਨ। ਉੱਥੇ ਰਿਸਰਚ ਤੇ ਲੱਗੇ ਹੋਏ ਸਨ ਤੇ ਉਹਨਾਂ ਦਿਨਾਂ ਵਿੱਚ 1500 ਰੁਪਈਆ ਤਨਖਾਹ ਲੈਂਦੇ ਸਨ। ਫਿਰ ਬੇਨਤੀ ਕੀਤੀ ਕਿ ਤੁਸੀਂ ਹੁਕਮ ਕੀਤਾ ਕਿ ਅੱਠੇ ਪੈਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਸਣਾ ਹੈ, ਇਹ ਦੋਵੇਂ ਕੰਮ ਨਹੀਂ ਹੋ ਸਕਦੇ। ਇਸੇ ਲਈ ਦੁਖੀ ਹੋ ਕੇ ਤੁਹਾਡੇ ਪਾਸ ਨੌਕਰੀ ਛੱਡਣ ਦੀ ਆਗਿਆ ਲੈਣ ਆਇਆ। ਤੁਸੀਂ ਤੇ ਉਹਨਾਂ ਗੁਰਸਿੱਖਾਂ ਦੀਆਂ ਮਿਸਾਲਾਂ ਦਿੰਦੇ ਹੋ ਜੋ ਕਮਾਲ ਤੱਕ ਪੁੱਜੇ ਨੇ, ਪਰ ਉਹਨਾਂ ਵਿੱਚੋਂ ਬਹੁਤੇ ਸਿੱਖ ਤੇ ਜੱਟ ਸਿੱਖ ਸਨ, ਭਾਵ ਵਾਹੀ ਕਰਦੇ ਸਨ। ਜੇ ਜੱਟ ਹਲ ਵਾਹ ਰਿਹਾ ਹੈ ਤਾਂ ਮੂੰਹ ਤੋਂ ਬਾਣੀ ਪੜ੍ਹ ਰਿਹਾ, ਉਹਨੂੰ ਕੋਈ ਰੁਕਾਵਟ ਨਹੀਂ। ਜੇ ਕਣਕ ਬੀਜ ਰਿਹਾ ਤਾਂ ਸੁਰਤ ਗੁਰੂ ਦੇ ਚਰਨਾਂ ਨਾਲ ਜੋੜੀ ਰੱਖੇ, ਉਹਨੂੰ ਕੋਈ ਰੁਕਾਵਟ ਨਹੀਂ ਪੈਂਦੀ। ਜੇ ਕਣਕ ਵੱਢ ਰਿਹਾ ਹੈ ਤਾਂ ਧਿਆਨ ਗੁਰੂ ਦੇ ਚਰਨਾਂ ਵਿੱਚ ਰੱਖੇ, ਕੋਈ ਰੁਕਾਵਟ ਨਹੀਂ ਪੈਂਦੀ। ਪ੍ਰੋਫੈਸਰ ਸਾਹਿਬ ਆਖਣ ਲੱਗੇ, ਭਾਈ ਸਾਹਿਬ ਜੀ, ਮੈਂ ਲੈਬਾਰਟਰੀ ਵਿੱਚ ਕੰਮ ਕਰਨਾ ਹੁੰਦਾ ਹੈ, ਰਿਸਰਚ ਦਾ ਕੰਮ ਹੈ। ਜਦੋਂ ਤੱਕ ਪੂਰੇ ਧਿਆਨ ਨਾਲ ਨਾ ਕਰਾਂ ਕੁਝ ਨਹੀਂ ਕਰ ਸਕਦਾ, ਤੇ ਇੱਕ ਕੰਮ ਕਰਦਿਆਂ ਦੋ ਨਹੀਂ ਜੇ ਹੋ ਸਕਦੇ। ਬਖਸ਼ ਲਵੋ, ਮੈਂ ਤੁਹਾਡਾ ਹੁਕਮ ਨਹੀਂ ਮੰਨ ਰਿਹਾ। ਨੌਕਰੀ ਛੱਡ ਕੇ ਧਿਆਨ ਕਰਾਂਗਾ ਤਾਂ ਕਿ ਆਪ ਦੇ ਹੁਕਮਾਂ ਤੇ ਅਮਲ ਕਰ ਸਕਾਂ। ਭਾਈ ਸਾਹਿਬ ਜੀ ਨੇ ਪਿਆਰ ਕੀਤਾ ਤੇ ਬੜੇ ਪਿਆਰ ਨਾਲ ਸਮਝਾਇਆ, ਨੌਕਰੀ ਛੱਡਣ ਦੀ ਲੋੜ ਨਹੀਂ, ਅਸੀਂ ਤੁਹਾਡੇ ਕੋਲੋਂ ਇਹ ਸਬਕ ਇਸੇ ਤਰ੍ਹਾਂ ਹੀ ਪਕਵਾਉਣਾ ਹੈ। ਗ੍ਰਸਥੀ ਜੀਵਨ ਵਿੱਚ ਰਹਿੰਦਿਆਂ, ਨੌਕਰੀ ਕਰਦਿਆਂ ਜਦੋਂ ਘਰ ਆਓ, ਬੱਚੇ ਤੁਹਾਡੀਆਂ ਟੰਗਾਂ ਨੂੰ ਜੱਫੀ ਪਾ ਲੈਣ ਤੇ ਆਖਣ, ਪਾਪਾ ਜੀ ਮੈਨੂੰ ਬੂਟ ਲੈ ਦਿਓ, ਕਿਤਾਬ ਲੈ ਦਿਓ, ਇਹ ਸਾਰੇ ਕੰਮ ਕਰਦਿਆਂ ਜਿਹੜਾ ਨਾਮ ਪੱਕੇਗਾ ਨਾ, ਉਹ ਅੰਦਰ ਸਿੰਜਰ ਜਾਏਗਾ, ਫਿਰ ਪੱਕਾ ਟਿਕ ਜਾਏਗਾ। ਚਲੋ ਤੁਹਾਨੂੰ ਛੋਟ ਦੇ ਦਿੰਦੇ ਹਾਂ, 24 ਘੰਟਿਆਂ ਦੀ ਥਾਂ ਤੇ ਹਾਲਾਂ ਜਿਹੜਾ ਵਿਹਲਾ ਸਮਾਂ ਮਿਲਦਾ ਉਸ ਨੂੰ ਸੰਭਾਲੋ। ਸਾਰੀ ਰਾਤ ਤੁਹਾਡੇ ਕੋਲ ਹੈ, ਘੱਟ ਸੌਵੋ। ਅੰਮ੍ਰਿਤ ਵੇਲੇ ਜਾਗ ਕੇ 8-9 ਵਜੇ ਤੱਕ ਆਰਾਮ ਨਾਲ ਤੁਸੀਂ ਵਾਹਿਗੁਰੂ ਦੀ ਇਸ ਸੇਵਾ ਵਿੱਚ ਹਾਜ਼ਰ ਰਹੋ। ਫਿਰ ਸ਼ਾਮ ਨੂੰ ਦਫ਼ਤਰ ਤੋਂ ਆ ਕੇ ਕੁਝ ਸਮਾਂ ਹੋਰ ਕੱਢ ਸਕਦੇ ਹੋ। ਇਸ ਤਰ੍ਹਾਂ ਨਾਮ ਅੰਦਰ ਵਸਦਾ ਜਾਏਗਾ। ਇਹ ਕੋਈ ਦਿਨਾਂ ਦਾ ਕੰਮ ਨਹੀਂ, ਜਨਮਾਂ ਦਾ ਕੰਮ ਹੈ। ਸੋ ਜਿਵੇਂ ਦੱਸਣਿਆ ਨਾ, ਉਸੇ ਤਰ੍ਹਾਂ ਲੱਗੇ ਰਹੋ, ਨੌਕਰੀ ਛੱਡਣ ਦੀ ਲੋੜ ਨਹੀਂ। ਹਰ ਕਾ ਬਿਲੋਵਣਾ, ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਸ ਤਰ੍ਹਾਂ ਪਿਆਰ ਕਰਕੇ ਸਮਝਾ ਕੇ ਰੋਂਦੇ ਆਏ ਨੂੰ ਖੇੜੇ ਨਾਲ ਭਰ ਕੇ ਵਾਪਸ ਦੇਹਰਾਦੂਨ ਭੇਜ ਦਿੱਤਾ। ਬੀਬੀ ਸੰਤ ਦੇ ਦਿਓਰ ਭਗਤ ਮੁਕੰਦ ਲਾਲ ਨੂੰ ਲਾਹੌਰ ਦਾ ਵਸੇਬਾ ਛੱਡ ਕੇ ਆਪਣੀ ਜ਼ਮੀਨ ਤੇ ਜਾਣਾ ਪਿਆ। ਬੀਬੀ ਸੰਤ ਵੀ ਉਹਨਾਂ ਦੇ ਨਾਲ ਗਈ। ਉਹ ਉਜਾੜ ਥਾਂ ਸੀ ਤੇ ਕੱਚੇ ਮਕਾਨ ਸਨ, ਛੱਤ ਤੋਂ ਮਿੱਟੀ ਡਿੱਗਦੀ ਸੀ। ਉੱਥੇ ਲਾਹੌਰ ਦੇ ਸਾਰੇ ਸੁੱਖ ਆਰਾਮ ਖਤਮ ਹੋ ਗਏ। ਵੱਡਾ ਦੁੱਖ ਇਹ
ਕਿ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾ ਹੋਣ, ਜਿਸ ਕਰਕੇ ਮਨ ਪ੍ਰਭੂ ਦੇ ਚਰਨਾਂ ਵਿੱਚ ਨਾ ਜੁੜੇ, ਉਦਾਸ ਰਹਿਣ ਲੱਗ ਪਏ। ਉਹਨਾਂ ਨੇ ਆਪਣੀ ਇਹ ਦਸ਼ਾ ਭਾਈ ਸਾਹਿਬ ਜੀ ਨੂੰ ਲਿਖ ਭੇਜੀ ਤੇ ਭਾਈ ਸਾਹਿਬ ਜੀ ਨੇ ਜਵਾਬ ਵਿੱਚ ਇੱਕ ਰੁਬਾਈ ਲਿਖ ਦਿੱਤੀ, ਜਿਹੜੀ ਇਸ ਤਰ੍ਹਾਂ ਸੀ: ਚੁੰਝ ਨਾਲ ਚੋਗਾ ਚੁਣ ਚਿੜੀਆਂ ਤੇਰੇ ਮੂੰਹ ਵਿੱਚ ਪਾਇਆ, ਚੋਗੇ ਨਾਲ ਉਹਨਾਂ ਨੇ ਤੈਂ ਵਿੱਚ ਤਾਣ ਉੱਡਣ ਦਾ ਲਾਇਆ, ਖੰਭ ਹੀਨਾ ਵਿੱਚ ਬੈਠ ਤੁਧੇ ਨੇ ਕਿਉਂ ਰਿੜਨਾ ਸਿੱਖ ਲੀਤਾ, ਉੱਡਣ ਤਾਣ ਅਜੇ ਤੈਂ ਅੰਦਰ ਰਹੀਏ ਉਸ ਨੂੰ ਜਗਾਇਆ। ਰੁਬਾਈ ਪੜ੍ਹ ਕੇ ਬੀਬੀ ਨੂੰ ਹੋਸ਼ ਆ ਗਈ, ਚਿੱਤ ਸੰਭਲ ਗਿਆ ਤੇ ਰੁਬਾਈ ਦੀ ਸਿੱਖਿਆ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਥੋੜੇ ਦਿਨਾਂ ਵਿੱਚ ਹੀ ਮਿਹਰ ਹੋ ਗਈ ਤੇ ਬਾਬਾ ਜੀ ਦਾ ਪ੍ਰਕਾਸ਼ ਵੀ ਕਰ ਲਿਆ। ਭਾਈ ਸਾਹਿਬ ਜੀ ਦੇ ਛੋਟੇ ਭਰਾ ਭਾਈ ਜੈ ਰਾਜ ਸਿੰਘ ਜੀ ਜਵਾਨੀ ਵਿੱਚ ਹੀ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਗੁਜ਼ਰਨ ਤੋਂ 15 ਕੁ ਦਿਨ ਪਹਿਲਾਂ ਬੀਬੀ ਸੰਤ ਨੇ ਉਹਨਾਂ ਦੇ ਦਰਸ਼ਨ ਕੀਤੇ ਸਨ ਤੇ ਉਹਨਾਂ ਨੇ ਪਿਆਰ ਨਾਲ ਬੀਬੀ ਨੂੰ ਚਾਹ ਚਕਾਈ ਸੀ। ਇਸ ਦੁੱਖ ਦੇ ਸਮੇਂ ਬੀਬੀ ਸੰਤ ਭਾਈ ਸਾਹਿਬ ਹੋਰਾਂ ਕੋਲ ਅੰਮ੍ਰਿਤਸਰ ਆਏ ਅਤੇ ਚਰਨਾਂ ਤੇ ਸਿਰ ਰੱਖ ਕੇ ਰੋਈ ਜਾਣ। ਭਾਈ ਸਾਹਿਬ ਉਹਨਾਂ ਨੂੰ ਧੀਰਜ ਦੇਣ, ਪਰ ਉਹਨਾਂ ਦਾ ਰੋਣਾ ਬੰਦ ਨਾ ਹੋਵੇ। ਜਦੋਂ ਬੀਬੀ ਸੰਤ ਰੋਣਾ ਬੰਦ ਨਾ ਕਰ ਸਕੀ ਤਾਂ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ, ਤੁਸੀਂ ਸਾਨੂੰ ਉੱਚਿਆਂ ਕਰਨ ਆਏ ਹੋ ਜਾਂ ਡੇਗਣ ਆਏ ਹੋ? ਹੌਸਲਾ ਕਰੋ, ਤੁਹਾਡੇ ਭਰਾ ਦਾ ਅਹੁਦਾ ਵਧਿਆ। ਉਸ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਾਸ ਸੱਦ ਕੇ ਆਪਣੀ ਖਾਸ ਸੇਵਾ ਵਿੱਚ ਲਾਇਆ। ਤੁਸੀਂ ਭੈਣ ਹੋ, ਜੇ ਭਰਾਵਾਂ ਦੀ ਤਰੱਕੀ ਹੋਵੇ ਤੇ ਭੈਣਾਂ ਨੂੰ ਖੁਸ਼ ਹੋਣਾ ਚਾਹੀਦਾ ਹੈ। ਬੀਬੀ ਨੇ ਆਖਿਆ, ਭਾਈ ਸਾਹਿਬ ਜੀ ਕੀ ਕਰਾਂ, ਮਨ ਨਹੀਂ ਸੰਭਲਦਾ। ਹਾਲਾਂ 2 ਹਫ਼ਤੇ ਤੇ ਹੋਏ ਨੇ, ਮਿਲ ਕੇ ਗਈ ਸਾਂ, ਉਹ ਉਸੇ ਤਰ੍ਹਾਂ ਹੀ ਦਿਸਦੇ ਨੇ। ਭਾਈ ਸਾਹਿਬ ਨੇ ਕਿਹਾ, ਅੱਛਾ ਫਿਰ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਜੈਰਾਜ ਸਿੰਘ ਸੁਖੀ ਹੈ, ਉੱਚੀ ਅਵਸਥਾ ਵਿੱਚ ਪਹੁੰਚ ਗਿਆ, ਫਿਰ ਤੇ ਹੌਸਲਾ ਆ ਜਾਏਗਾ ਨਾ। ਬੀਬੀ ਸੰਤ ਨੇ ਆਖਿਆ, ਹਾਂ ਜੀ ਉਮੀਦ ਤੇ ਹੈ, ਫਿਰ ਮਨ ਠਹਿਰ ਜਾਏਗਾ। ਭਾਈ ਸਾਹਿਬ ਨੇ ਕਿਹਾ, ਘਰ ਜਾ ਕੇ ਇਕਾਂਤ ਵਿੱਚ ਬਹਿ ਕੇ 5 ਪਾਠ ਸ੍ਰੀ ਜਪਜੀ ਸਾਹਿਬ ਦੇ ਤੇ 1 ਪਾਠ ਸੁਖਮਨੀ ਸਾਹਿਬ ਦੇ ਜੀ ਦਾ ਕਰਕੇ ਅਰਦਾਸ ਕਰੋ, ਵਾਹਿਗੁਰੂ ਜੀ ਹੌਸਲਾ ਦੇਣਗੇ। ਬੀਬੀ ਘਰ ਗਈ ਤੇ ਸ਼ਾਮ ਨੂੰ ਪਾਠ ਕਰਕੇ ਅਰਦਾਸਾ ਸੋਧਿਆ, ਫਿਰ ਰਾਤ ਨੂੰ ਨਾਮ ਜਪਦਿਆਂ ਜਪਦਿਆਂ ਸੌਂ ਗਏ। ਉਹਨਾਂ ਨੇ ਸੁਪਨੇ ਵਿੱਚ ਵੇਖਿਆ ਕਿ ਉਹਨਾਂ ਨੂੰ ਖੰਭ ਲੱਗ ਗਏ ਨੇ ਤੇ ਉੱਪਰ ਨੂੰ ਹੀ ਉੱਡਦੇ ਜਾ ਰਹੇ ਨੇ। ਬਹੁਤ ਦੂਰ ਜਾ ਕੇ ਇੱਕ ਥਾਂ ਤੇ ਕੋਈ ਜੰਗਲ ਆਇਆ। ਉੱਥੇ ਉਹਨਾਂ ਨੇ ਵੇਖਿਆ ਬਈ ਲਾਲ ਇੱਟਾਂ ਦੇ ਨਵੇਂ ਹੀ ਮਕਾਨ ਬਣੇ ਨੇ। ਅੱਗੇ ਜਾ ਕੇ ਕੀ ਵੇਖਿਆ ਕਿ ਇੱਕ ਪਲੰਘ ਵਿਛਿਆ ਹੋਇਆ ਤੇ ਉੱਤੇ ਕੋਈ ਸੁੱਤਾ ਪਿਆ, ਚਾਦਰ ਕੀਤੀ ਹੋਈ ਹੈ। ਜਦੋਂ ਗੌਰ ਨਾਲ ਵੇਖਿਆ ਤਾਂ ਭਾਈ ਜੈਰਾਜ ਸਿੰਘ ਹੀ ਸਨ। ਕੇਸ ਧੋਤੇ ਹੋਏ ਸਨ ਤੇ ਕੇਸ ਹੇਠਾਂ ਲਮਕ ਰਹੇ ਸਨ। ਵੇਖ ਕੇ ਉਹਨਾਂ ਨੇ ਕਿਹਾ, ਬੀਬੀ ਜੀ ਤੁਸੀਂ ਆ ਗਏ ਹੋ? ਬੀਬੀ ਨੇ ਹਾਂ ਵਿੱਚ ਉੱਤਰ ਦਿੱਤਾ ਤੇ ਕਿਹਾ, ਸੁਣਿਆ ਸੀ ਤੁਸੀਂ ਬਿਮਾਰ ਹੋ, ਤਕਲੀਫ ਵਿੱਚ ਹੋ। ਉਹ ਆਖਣ ਲੱਗੇ, ਨਹੀਂ ਮੈਂ ਤੇ ਬਿਲਕੁਲ ਠੀਕ ਹਾਂ, ਮੈਨੂੰ ਕੋਈ ਤਕਲੀਫ ਨਹੀਂ। ਤੁਹਾਨੂੰ ਕਿਸੇ ਨੇ ਗਲਤ ਹੀ ਆਖਿਆ ਹੋਣਾ, ਮੈਂ ਸੁਖੀ ਹਾਂ। ਫਿਰ ਪੁੱਛਿਆ, ਬੀਬੀ ਜੀ ਕੀਰਤਨ ਸੁਣਨਾ ਜੇ? ਬੀਬੀ ਜੀ ਨੇ ਆਖਿਆ, ਅੱਛਾ ਸੁਣਾਓ। ਇੰਨੀ ਦੇਰ ਵਿੱਚ ਇੱਕ ਬੀਬੀ ਆ ਗਈ, ਚਿੱਟੇ ਸਫੈਦ ਕੱਪੜੇ ਪਾਏ ਹੋਏ ਸਨ। ਜਦੋਂ ਵੇਖਿਆ ਤਾਂ ਪਤਾ ਚੱਲਿਆ ਬਈ ਇਹ ਬੀਬੀ ਤੇ ਹਰਬੰਸ ਸੂਰੀ ਹੈ। ਇਹ ਵੀ ਉਹਨਾਂ ਦਿਨਾਂ ਵਿੱਚ ਹੀ ਗੁਜ਼ਰੀ ਸੀ। ਵਾਜਾ ਆ ਗਿਆ ਤੇ ਉਸਨੇ ਇਹ ਸ਼ਬਦ ਪੜ੍ਹਿਆ, ਮੋਹਨ ਪ੍ਰਾਣ ਮਾਨ ਰਾਂਗੀਲਾ। ਕੀਰਤਨ ਖਤਮ ਹੋਇਆ, ਆਪੇ ਹੀ ਵਾਜਾ ਚਲਾ ਗਿਆ, ਹਰਬੰਸ ਵੀ ਚਲੀ ਗਈ ਤੇ ਬੀਬੀ ਵੀ ਇੱਕ ਤਰ੍ਹਾਂ ਨਾਲ ਵਾਪਸ ਆ ਗਈ ਤੇ ਉਸ ਦੀ ਜਾਗ ਖੁੱਲ ਗਈ।